Good morning, students. So, today we are going to start with the chapter that is called Underwriting of Shares and Debentures. This is chapter number 5 from your unit 1. So, what do underwriting means? Underwriting ਦਾ ਕੀ ਹੁੰਦਾ ਆਪਾਂ ਨੂੰ ਪਤਾ ਹੈ ਇੱਕ ਪਬਲਿਕ ਲਿਮਿਟਿਡ ਕੰਪਨੀ ਹੈ ਰਾਈਟ ਪਬਲਿਕ ਲਿਮਿਟਿਡ ਕੰਪਨੀ ਨੂੰ ਪਬਲਿਕ ਨੂੰ ਜਦੋਂ ਆਪਾਂ ਸ਼ੇਅਰਸ ਆਫਰ ਕਰਦੇ ਹਾਂ ਉਹ ਜਿਹੜੇ ਸ਼ੇਅਰਸ ਆਫਰ ਕਰਦੇ ਆ ਉਹਨਾਂ ਦੀ ਸਬਸਕ੍ਰਿਪਸ਼ਨ ਘੱਟੋ ਘੱਟ 90% ਆ ਜਾਣੀ ਚਾਹੀਦੀ ਹੈ। ਫॉर ਇੰਸਟੈਂਸ ਅਗਰ ਮੈਂ ਪਬਲਿਕ ਨੂੰ 1 ਲੱਖ ਸ਼ੇਅਰਸ ਇਸ਼ੂ ਕੀਤੇ ਮੇਰੀ ਕੰਪਨੀ ਨੇ ਤਾਂ ਉਸ 'ਚੋਂ ਐਟਲੀਸਟ 90,000 ਐਪਲੀਕੇਸ਼ਨਸ ਪਬਲਿਕ ਨੂੰ ਐਕਸੈਪਟ ਕਰ ਲੈਣੀਆਂ ਚਾਹੀਦੀਆਂ ਨੇ। ਫॉर ਇੰਸਟੈਂਸ ਕਈ ਵਾਰ ਅਗਰ 90,000 ਐਪਲੀਕੇਸ਼ਨਸ ਨਹੀਂ ਐਕਸੈਪਟ ਹੁੰਦੀਆਂ ਤਾਂ ਕੰਪਨੀ ਨੂੰ ਕੀ ਕਰਨਾ ਪਏਗਾ, ਸਾਰੀ ਦੀ ਸਾਰੀ ਅਮਾਊਂਟ ਜਿਹੜੀ ਹੋਏਗੀ ਬੈਂਕ ਦੇ ਰਾਹੀਂ ਰਿਫੰਡ ਕਰਨੀ ਪਏਗੀ ਐਂਡ ਪਬਲਿਕ ਕੰਪਨੀ ਨੂੰ ਦੁਬਾਰਾ ਸਬਸਕ੍ਰਿਪਸ਼ਨ ਜਾਰੀ ਕਰਨਾ ਪਏਗਾ ਸ਼ੇਅਰਸ ਇਸ਼ੂ ਕਰਨ ਦਾ। ਸੋ ਦ ਹੋਲ ਪ੍ਰੋਸੈਸ ਵਿਲ ਬੀ ਫੇਲ ਅਗਰ ਕੰਪਨੀ ਨੂੰ 90% ਸਬਸਕ੍ਰਿਪਸ਼ਨ ਨਹੀਂ ਹੋਈ ਸ਼ੇਅਰਸ ਦੀ। ਸੋ ਇਹ ਰਿਸਕ ਨੂੰ ਬਚਾਉਣ ਲਈ ਕੰਪਨੀ ਕੀ ਕਰਦੀ ਹੁੰਦੀ ਹੈ, ਕੰਪਨੀ ਹਾਇਰ ਅੰਡਰਰਾਈਟਰਸ। ਹੁਣ ਅੰਡਰਰਾਈਟਰਸ ਕੌਣ ਹੁੰਦੇ ਨੇ? ਦੀਜ਼ ਆਰ ਦੋਜ਼ ਪਰਸਨਸ ਜੋ ਕਹਿੰਦੇ ਨੇ, ਇਨਸ਼ੋਰ ਕਰਦੇ ਨੇ ਕਿ ਕੰਪਨੀ ਦੀ ਮਿਨੀਮਮ ਸਬਸਕ੍ਰਿਪਸ਼ਨ ਪੂਰੀ ਹੋ ਜਾਵੇ। ਕਿਵੇਂ ਹੋ ਜਾਵੇ? ਫॉर ਇੰਸਟੈਂਸ ਇਹ ਕਹਿੰਦੇ ਨੇ ਕਿ ਅਗਰ ਪਬਲਿਕ ਨੇ ਤੁਹਾਡੇ 90% ਸਬਸਕ੍ਰਿਪਸ਼ਨ ਨਹੀਂ ਲਿੱਤੀ ਤਾਂ ਜਿੰਨੀ ਵੀ ਸਬਸਕ੍ਰਿਪਸ਼ਨ ਲੈ ਲਈ ਦੇ ਵਿਲ ਬਾਈ, ਜਿੰਨਾ ਵੀ ਰਿਸਕ ਹੋ ਗਿਆ। ਫॉर ਐਗਜ਼ਾਮਪਲ ਕੰਪਨੀ ਨੇ ਮੰਨ ਲਓ 70% ਸ਼ੇਅਰਸ ਲਿੱਤੇ, ਮਤਲਬ 70,000 ਸ਼ੇਅਰਸ ਲਿੱਤੇ ਮੰਨ ਲਓ, ਸਬਸਕ੍ਰਿਪਸ਼ਨ ਕਿੰਨੇ 'ਤੇ ਪੂਰੀ ਹੋ ਗਈ? 90% ਸੀ। ਸੋ ਦੇ ਵਿਲ ਬਾਏ ਦ ਰੈਸਟ ਆਫ ਸ਼ੇਅਰਸ ਤਾਂ ਕਿ ਕੰਪਨੀ ਦਾ ਪ੍ਰੋਸੀਜਰ ਜਿਹੜਾ ਹੈ ਫੇਲ ਨਾ ਹੋਵੇ ਪ੍ਰੋਸਪੈਕਟਸ ਦਾ ਸ਼ੇਅਰਸ ਇਸ਼ੂ ਕਰਨ ਦਾ। ਠੀਕ ਹੈ। ਸੋ ਅੰਡਰਰਾਈਟਰਸ ਉਹ ਪਰਸਨਸ ਹੁੰਦੇ ਨੇ ਜਿਹੜੇ ਕੰਪਨੀ ਨੂੰ ਗਾਰੰਟੀ ਦਿੰਦੇ ਨੇ ਦੈਟ ਇਨ ਕੇਸ ਪਬਲਿਕ ਨੇ ਉਹਨਾਂ ਦੇ ਸ਼ੇਅਰਸ ਨਾ ਖਰੀਦੇ ਤਾਂ ਉਹ ਕੰਪਨੀ ਦੇ ਸ਼ੇਅਰ ਜਿਹੜੇ ਹੈਗੇ ਨੇ ਬਾਈ ਕਰ ਲੈਣਗੇ। ਓਕੇ, ਦੇ ਵਿਲ ਬੀ ਅੰਡਰਟੇਕਨ। ਸੋ ਉਹਨਾਂ ਪਰਸਨਸ ਨੂੰ ਜੋ ਇਹ ਕੰਮ ਕਰਦੇ ਦੀਜ਼ ਆਰ ਕਾਲਡ ਅੰਡਰਰਾਈਟਰਸ। ਇਹ ਜਿਹੜੇ ਅੰਡਰਰਾਈਟਰਸ ਹੁੰਦੇ ਆ ਦੀਜ਼ ਕੈਨ ਬੀ ਪਰਸਨਸ ਆਲਸੋ, ਇੰਡੀਵਿਜੂਅਲਸ ਵੀ ਹੋ ਸਕਦੇ ਆ, ਫਾਰਮਸ ਵੀ ਹੋ ਸਕਦੀਆਂ ਨੇ, ਜਾਂ ਪਾਰਟਨਰਸ਼ਿਪ ਫਾਰਮਸ ਵੀ ਹੋ ਸਕਦੀਆਂ, ਜਾਂ ਫਿਰ ਕੰਪਨੀਜ਼ ਵੀ ਹੋ ਸਕਦੀਆਂ ਨੇ। ਠੀਕ ਹੈ। ਕੋਈ ਕੰਪਨੀ ਹੈ ਜੋ ਅੰਡਰਰਾਈਟਿੰਗ ਸਰਵਿਸ ਪ੍ਰੋਵਾਈਡ ਕਰਦੀ ਹੈ, ਕੋਈ ਪਾਰਟਨਰਸ਼ਿਪ ਫਾਰਮ ਹੈ ਜੋ ਮਿਲ ਕੇ ਅੰਡਰਰਾਈਟਿੰਗ ਦਾ ਕੰਮ ਕਰ ਰਹੀ ਹੈ, ਜਾਂ ਫਿਰ ਕੋਈ ਇੰਡੀਵਿਜੂਅਲ ਹੈ ਜੋ ਇਹ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ। ਅੱਜ ਕੱਲ੍ਹ ਜੋ ਫੇਮਸ ਸਰਵਿਸਿਜ਼ ਹੈ, ਇੰਸਟੀਟਿਊਸ਼ਨਸ ਹੈ ਜੋ ਇਹ ਪ੍ਰੋਵਾਈਡ ਕਰ ਰਹੇ ਅੰਡਰਰਾਈਟਿੰਗ ਦੀ ਸਰਵਿਸਿਜ਼, ਉਹ ਇੰਸਟੀਟਿਊਸ਼ਨਸ ਹੈਗੇ ਹੈ ICICI ਬੈਂਕ, ਓਕੇ, IFCI, then there is Life Insurance Corporation, Industrial Development Bank of India, Unit Trust of India, etc. These are some of the institutions. I hope you are familiar with the full forms. If you're not familiar, you can refer to the book of your corporate accounting. Okay, then I hope the underwriting meaning is clear to everybody. So these are this is the meaning of underwriting. Underwriters ਦਾ ਕੰਮ ਕੀ ਹੁੰਦਾ ਹੈ and which institutions are providing the services of underwriting. Next topic is types of underwriters. ਕਿੰਨੇ ਤਰ੍ਹਾਂ ਦੀ ਅੰਡਰਰਾਈਟਿੰਗ ਹੁੰਦੀ ਹੈ? Now let me tell you. First is complete underwriting. Complete underwriting means it company ਅਗਰ ਨੇ ਕੰਪਨੀ ਨੇ 1 ਲੱਖ ਸ਼ੇਅਰਸ ਲਿੱਤੇ ਹੈ ਤਾਂ 1 ਲੱਖ ਸ਼ੇਅਰਸ ਜਿਹੜੇ ਪਬਲਿਕ ਨੂੰ ਆਫਰ ਕੀਤੇ ਹੈ ਤਾਂ ਅੰਡਰਰਾਈਟਰਸ ਉਹ ਪੂਰੇ ਦੇ ਪੂਰਾ ਰਿਸਕ ਆਪਣੇ ਉੱਪਰ ਲੈਣਗੇ। ਕੰਪਲੀਟ ਇਸ਼ੂ ਕਿ ਜਿੰਨਾ ਵੀ ਇਸ਼ੂ ਆਪਾਂ ਪਬਲਿਕ ਨੂੰ ਕਰ ਰਹੇ ਹਾਂ, ਅੰਡਰਰਾਈਟਰਸ ਇਸ ਕੇਸ ਦੇ ਵਿੱਚ ਕੰਪਲੀਟ ਅੰਡਰਰਾਈਟਿੰਗ ਦੇ ਵਿੱਚ ਹੋਲ ਆਫ ਦ ਇਸ਼ੂ ਦਾ ਰਿਸਕ ਲੈਣਗੇ। ਓਕੇ, ਹਾਂ, ਹੋਲ ਆਫ ਦ ਇਸ਼ੂ ਇਜ਼ ਅੰਡਰਰਿਟਨ। ਦੈਨ ਦੇਰ ਇਜ਼ ਪਾਰਸ਼ੀਅਲ ਅੰਡਰਰਾਈਟਿੰਗ। ਪਾਰਸ਼ੀਅਲ ਅੰਡਰਰਾਈਟਿੰਗ ਦਾ ਮੀਨਿੰਗ ਕੀ ਹੈ? ਇਸ ਦੇ ਵਿੱਚ ਕੀ ਕਰਦੇ ਨੇ, ਅੰਡਰਰਾਈਟਰਸ ਆਰ ਨਾਟ ਟੇਕਿੰਗ ਦ ਕੰਪਲੀਟ ਰਿਸਕ। ਉਹ ਕੁਛ ਪਰਸੈਂਟੇਜ ਆਫ ਰਿਸਕ ਹੀ ਲੈ ਰਹੇ। ਫॉर ਐਗਜ਼ਾਮਪਲ ਉਹ ਕਹਿ ਰਹੇ ਕਿ ਅਸੀਂ ਤੁਹਾਡੇ 30% ਸ਼ੇਅਰਸ ਤੱਕ ਬਾਈ ਕਰਾਂਗੇ, ਉਸ ਤੋਂ ਜ਼ਿਆਦਾ ਨਹੀਂ ਕਰਾਂਗੇ, ਜਾਂ ਅਸੀਂ ਤੁਹਾਡੇ 40%, 50%, 60%, ਦੇ ਆਰ ਨਾਟ ਅੰਡਰਰਾਈਟਿੰਗ ਦ ਕੰਪਲੀਟ 100%। ਉਹ ਕੁਛ ਪਾਰਸ਼ੀਅਲ ਇਸ਼ੂ ਹੀ ਕਰ ਰਹੇ ਨੇ, ਉਸ ਦਾ ਰਿਸਕ ਹੀ ਲੈ ਰਹੇ ਨੇ ਕਿ ਇਨ ਕੇਸ ਤੁਹਾਡੇ 30% ਸ਼ੇਅਰਸ ਰਹਿ ਗਏ ਤਾਂ ਅਸੀਂ ਉਹ 30% ਅਸੀਂ ਖਰੀਦਾਂਗੇ। ਇਨ ਕੇਸ
ਤੁਹਾਡੇ ਸ਼ੇਅਰਸ ਜਿੰਨੇ ਹੈ ਉਹਦਾ 40% ਅਸੀਂ ਖਰੀਦਾਂਗੇ। ਸੋ ਦੇ ਆਰ ਨਾਟ ਅੰਡਰਟੇਕਿੰਗ ਹੋਲ ਆਫ ਦ ਰਿਸਕ। ਉਹ 100% ਸ਼ੇਅਰ ਨਹੀਂ ਲੈ ਰਹੇ ਜਿਵੇਂ ਕੰਪਲੀਟ ਅੰਡਰਰਾਈਟਿੰਗ 'ਚ ਲੈ ਰਹੇ ਸੀ। ਉਹ ਕੁਛ ਲਿਮਿਟਿਡ ਐਕਸਟੈਂਟ ਤੱਕ ਹੀ ਆਪਣਾ ਅੰਡਰਰਾਈਟਿੰਗ ਦਾ ਕੰਮ ਕਰ ਰਹੇ ਹੈ। ਕਲੀਅਰ ਹੈ। ਥਰਡ ਟਾਈਪ ਆਫ ਅੰਡਰਰਾਈਟਿੰਗ ਇਜ਼ ਫਰਮ ਅੰਡਰਰਾਈਟਿੰਗ। ਨਾਓ ਵਾਟ ਡਜ਼ ਫਰਮ ਅੰਡਰਰਾਈਟਿੰਗ ਮੀਨ? ਇਹਦੇ ਵਿੱਚ ਕੀ ਹੁੰਦਾ ਹੈ, ਇਹਦੇ ਵਿੱਚ ਜਿਹੜੇ ਅੰਡਰਰਾਈਟਰਸ ਹੈ they are agreed to buy specific number of shares। ਉਹਨਾਂ ਨੂੰ ਕੁਛ ਸ਼ੇਅਰਸ ਤਾਂ ਬਾਈ ਕਰਨੇ ਹੀ ਪੈਣਗੇ। ਇਹ ਜੋ ਅਗਰੀਮੈਂਟ ਦੇ ਅਕੋਰਡਿੰਗ ਡਿਸਾਈਡ ਹੋਏਗਾ ਉਹ ਨੰਬਰ ਆਫ ਸ਼ੇਅਰਸ ਬਾਈ ਕਰਨੇ ਹੀ ਪੈਣਗੇ। ਇਸ ਤੋਂ ਇਲਾਵਾ ਦੇ ਆਰ ਟੇਕਿੰਗ ਦ ਰਿਸਕ। ਫॉर ਇੰਸਟੈਂਸ ਇਹਦਾ ਅਗਰ ਮੈਂ ਐਗਜ਼ਾਮਪਲ ਦੇਵਾਂ, ਫॉर ਐਗਜ਼ਾਮਪਲ ਸ਼ੇਅਰਸ ਨੂੰ 2000 ਸ਼ੇਅਰਸ ਤਾਂ ਬਾਈ ਕਰਨੇ ਹੀ ਕਰਨੇ ਪੈਣਗੇ। ਵੈਦਰ ਇਸ਼ੂ ਸਬਸਕ੍ਰਾਈਬਡ ਹੈ ਨਹੀਂ ਸਬਸਕ੍ਰਾਈਬਡ, 2000 ਉਹਨਾਂ ਨੇ ਬਾਈ ਕਰਨੇ ਹੀ ਕਰਨੇ। ਇਸ ਤੋਂ ਇਲਾਵਾ ਜਿੰਨੇ % ਉਹ ਰਿਸਕ ਲੈ ਰਹੇ ਨੇ ਉਹ ਹੋਏਗਾ। ਰਿਸਕ ਤਾਂ ਹੀ ਲੈਣਗੇ ਨਾ, ਰਿਸਕ ਆਫ ਨੰਬਰ ਆਫ ਸ਼ੇਅਰਸ ਤਾਂ ਇਹ ਤਾਂ ਹੀ ਬਾਈ ਕਰਨਗੇ ਜੇ ਉਹਨਾਂ ਦੇ ਸ਼ੇਅਰਸ ਪਬਲਿਕ ਨੇ ਅਨਸਬਸਕ੍ਰਾਈਬ ਕੀਤੇ, ਨਹੀਂ ਸਬਸਕ੍ਰਾਈਬ ਕੀਤੇ, ਇਹ ਤਾਂ ਹੀ ਆਊਗਾ। ਬਟ ਇਹ ਸ਼ੇਅਰਸ ਤਾਂ ਉਹਨਾਂ ਨੂੰ ਬਾਈ ਕਰਨੇ ਹੀ ਪੈਣਗੇ। ਸੋ ਦਿਸ ਇਜ਼ ਕਾਲਡ ਫਰਮ ਅੰਡਰਰਾਈਟਿੰਗ ਵੇਅਰ ਕੰਪਨੀ ਹੈਜ਼ ਟੂ ਬਾਈ ਸਪੈਸੀਫਿਕ ਨੰਬਰ ਆਫ ਸ਼ੇਅਰਸ। ਅਗਰੀਮੈਂਟ ਤਾਂ ਹੈਗਾ ਜੋ ਹੈਗਾ ਹੀ ਹੈ, ਜਿਵੇਂ ਆਪਾਂ ਉੱਪਰ ਕਰਕੇ ਹਟਿਆ 30% 100% ਜਿੰਨਾ ਵੀ ਹੈ, ਬਟ ਉਸ ਤੋਂ ਇਲਾਵਾ ਇਹ ਸ਼ੇਅਰਸ ਉਹਨਾਂ ਨੂੰ ਬਾਈ ਕਰਨੇ ਹੀ ਪੈਣਗੇ। ਠੀਕ ਹੈ। ਈਵਨ ਇਫ ਅਗਰ ਆਪਣਾ ਕੰਪਨੀ ਦਾ ਸ਼ੇਅਰ ਓਵਰ ਸਬਸਕ੍ਰਾਈਬਡ ਹੈ ਤਾਂ ਅੰਡਰਰਾਈਟਰਸ ਨੂੰ ਪਹਿਲਾ ਮੌਕਾ ਮਿਲੇਗਾ ਆਪਣੇ ਸ਼ੇਅਰਸ ਨੂੰ ਬਾਈ ਕਰਨ ਦਾ। ਫੋਰਥ ਪੁਆਇੰਟ ਇਜ਼ ਪਾਰਸ਼ੀਅਲ ਅੰਡਰਰਾਈਟਿੰਗ along with ਫਰਮ ਅੰਡਰਰਾਈਟਿੰਗ। ਹੁਣ ਪਾਰਸ਼ੀਅਲ ਅੰਡਰਰਾਈਟਿੰਗ ਅਲੋਂਗ ਵਿਦ ਫਰਮ ਅੰਡਰਰਾਈਟਿੰਗ ਕੀ ਹੈ? ਇਸ ਦੇ ਵਿੱਚ ਪਾਰਸ਼ੀਅਲ ਅੰਡਰਰਾਈਟਿੰਗ ਮੀਨਸ ਦੇ ਆਰ ਨਾਟ ਟੇਕਿੰਗ ਦ 100% ਇਸ਼ੂ। 100% ਤੋਂ ਘੱਟ ਦਾ ਇਸ਼ੂ ਲੈ ਰਹੇ ਨੇ, 100% ਤੋਂ ਘੱਟ ਦਾ ਇਸ਼ੂ ਲੈ ਰਹੇ ਹੈ। ਇਸ ਤੋਂ ਇਲਾਵਾ ਕੀ ਹੈ? ਦੇ ਆਰ ਟੇਕਿੰਗ ਦੇ ਆਰ ਟੇਕਿੰਗ ਲੈਸ ਦੈਨ 100%। ਇਸ ਤੋਂ ਇਲਾਵਾ ਦੇ ਹੈਵ ਦ ਆਪਸ਼ਨ ਆਫ ਫਰਮ ਅੰਡਰਰਾਈਟਿੰਗ। ਉਹਨਾਂ ਕੋਲ ਆਪਸ਼ਨ ਹੈ ਕਿ ਉਹ ਫਰਮ ਅੰਡਰਰਾਈਟਿੰਗ ਕਰਨਾ ਚਾਹੁੰਦੇ ਕਿ ਨਹੀਂ ਕਰਨਾ ਚਾਹੁੰਦੇ, ਜਿਹੜਾ ਆਪਾਂ ਉੱਪਰ ਡਿਸਕਸ ਕਰਕੇ ਚੁੱਕੇ ਹਾਂ ਪੁਆਇੰਟ, that they want to buy the agreed number of shares or not। partial underwriting ਤਾਂ ਹੈ ਹੀ 30 40 50 60 70 whatever the rate is। ਇਸ ਤੋਂ ਇਲਾਵਾ ਉਹਨਾਂ ਕੋਲ ਫਰਮ ਅੰਡਰਰਾਈਟਿੰਗ ਦਾ ਆਪਸ਼ਨ ਵੀ ਹੈਗਾ। ਓਕੇ। ਨੈਕਸਟ ਇਜ਼ ਸਿੰਡੀਕੇਟ ਅੰਡਰਰਾਈਟਿੰਗ। ਸਿੰਡੀਕੇਟ ਅੰਡਰਰਾਈਟਿੰਗ ਦੇ ਵਿੱਚ ਕੀ ਹੁੰਦਾ ਹੈ? ਇੱਥੇ 2 ਔਰ ਮੋਰ ਏਜੰਸੀਜ਼ ਜਾਂ ਫਿਰ ਅੰਡਰਰਾਈਟਰਸ ਮਿਲ ਕੇ ਕੰਪਨੀ ਦੇ ਜਿਹੜੇ ਸ਼ੇਅਰਸ ਹੈ ਉਹ ਜੁਆਇੰਟਲੀ ਅੰਡਰਰਾਈਟ ਕਰ ਰਹੇ ਨੇ। ਮਤਲਬ ਮਿਲ ਕੇ, ਸਿੰਡੀਕੇਟ ਮੀਨਸ ਕੰਬੀਨੇਸ਼ਨ। ਦੋ ਜਾਂ ਦੋ ਤੋਂ ਜ਼ਿਆਦਾ ਅੰਡਰਰਾਈਟਰਸ ਮਿਲ ਕੇ, ਇੱਕ ਜਾਂ ਇੱਕ ਤੋਂ ਜ਼ਿਆਦਾ ਅੰਡਰਰਾਈਟਰਸ ਮਿਲ ਕੇ ਕੁਝ ਐਸਾ ਅਰੇਂਜਮੈਂਟ ਬਣਾ ਰਹੇ ਨੇ ਕਿ ਹਰ ਇੱਕ ਅੰਡਰਰਾਈਟਰ ਕੋਲ ਪਾਰਟ ਆ ਜਾਏ ਸਬਸਕ੍ਰਿਪਸ਼ਨ ਦਾ, ਰਿਸਕ ਦਾ। ਠੀਕ ਹੈ। ਇਕੱਲੇ ਜਣੇ ਨੂੰ ਰਿਸਕ ਨਾ ਬੀਅਰ ਕਰਨਾ ਪਵੇ। ਇਹ ਤਾਂ ਹੀ ਕਰਦੇ ਨੇ ਤਾਂ ਕਿ ਇਕੱਲੇ ਜਣੇ 'ਤੇ ਸਾਰਾ ਰਿਸਕ ਨਾ ਆਵੇ ਇੱਕ ਅੰਡਰਰਾਈਟਰ 'ਤੇ। ਅੰਡਰਰਾਈਟਰਸ ਮਿਲ ਕੇ ਇਸ ਇਸ਼ੂ ਨੂੰ ਕੰਬੀਨੇਸ਼ਨ ਲੈ ਕੇ ਦੇ ਕੈਨ ਅੰਡਰਰਾਈਟ ਦ ਸ਼ੇਅਰਸ ਆਫ ਕੰਪਨੀ। ਉਹ ਵੰਡ ਕੇ ਕਰ ਲੈਂਦੇ ਨੇ। ਓਕੇ। ਨੈਕਸਟ ਇਜ਼ ਸਬ ਅੰਡਰਰਾਈਟਿੰਗ। ਸੋ what do you mean by sub underwriting? ਫॉर ਐਗਜ਼ਾਮਪਲ ਕੰਪਨੀ ਐਕਸ ਹੈ, ਠੀਕ ਹੈ। ਉਹਨਾਂ ਨੇ ਇੱਕ ਅੰਡਰਰਾਈਟਰ ਹਾਇਰ ਕੀਤਾ ਏ। ਇਹਨੂੰ ਉਹਨਾਂ ਨੇ ਦਿੱਤਾ 80% ਰਿਸਕ। ਅਗਰੀਮੈਂਟ ਹੋ ਗਿਆ ਇਹਨਾਂ ਦਾ ਅੰਡਰਰਾਈਟਿੰਗ ਦਾ। ਹੁਣ ਇਹ ਤਾਂ ਹੋ ਗਿਆ ਕੰਪਨੀ ਐਂਡ ਅੰਡਰਰਾਈਟਰ ਦਾ ਐਗਰੀਮੈਂਟ। ਇਹ ਨੇ ਕੀ ਕੀਤਾ? ਆਪਣਾ ਰਿਸਕ ਸ਼ੇਅਰ ਕਰ ਲਿਆ ਕਿਸੇ ਬੀ ਅੰਡਰਰਾਈਟਰ ਨਾਲ। ਸੋ ਐਕਸ ਦਾ ਬੀ ਕੰਪਨੀ ਨਾਲ ਕੋਈ ਲੈਣ ਦੇਣ ਨਹੀਂ ਹੈ। ਇਟਸ ਜਸਟ ਦੈਟ ਐਕਸ ਨੇ ਏ ਨਾਲ ਅਗਰੀਮੈਂਟ ਕੀਤਾ ਐਂਡ ਏ ਨੇ ਅੱਗੇ ਕਿਸੇ ਹੋਰ ਅੰਡਰਰਾਈਟਰ ਨਾਲ ਰਿਸਕ ਸ਼ੇਅਰ ਕਰ ਲਿਆ। ਸੋ ਦਿਸ ਇਜ਼ ਕਾਲਡ ਸਬ ਅੰਡਰਰਾਈਟਿੰਗ, ਵੈਨ ਇੱਕ ਅੰਡਰਰਾਈਟਰ ਆਪਣਾ ਰਿਸਕ ਬਚਾਉਣ ਦੀ ਬਜਾਏ ਕਿਸੇ ਹੋਰ ਅੰਡਰਰਾਈਟਰਸ ਨਾਲ ਅਗਰੀਮੈਂਟ ਸਾਈਨ ਕਰ ਲੈਂਦਾ ਹੈ, ਬਟ ਕੰਪਨੀ ਇਜ਼ ਨਾਟ ਰਿਲੇਟਿਡ ਟੂ ਦੈਟ ਅੰਡਰਰਾਈਟਿੰਗ। ਸੋ ਦਿਸ ਇਜ਼ ਕਾਲਡ ਸਬ ਅੰਡਰਰਾਈਟਿੰਗ, ਰਾਈਟ? So this was the video about underwriting and its type. Next topic is obligations and
responsibilities of underwriters. Hun, what are the agreement and responsibilities? First is to abide by code of conduct. It means ਜਿਹੜੀਆਂ ਵੀ guidelines issue ਹੋਈਆਂ ਵੀਆਂ ਨੇ SEBI ਦੇ according ਜਾਂ ਜੋ ਵੀ regulations ਹੈ ਉਹਨਾਂ ਦੇ regarding, the company has to, underwriters have to abide by those. Abide means fulfill by those guidelines. Okay, ਉਹਨਾਂ ਨੂੰ ਆਪਣਾ ਜਿਹੜਾ work ਹੈ integrity, honesty, fairness, ਇਹ ਸਭ ਨਾਲ ਪੂਰਾ ਕਰਨਾ ਪਏਗਾ. They cannot go away from their work. ਜੋ ਉਹਨਾਂ ਦਾ ਐਕਚੁਅਲ 'ਚ ਕੰਮ ਹੈ ਉਹ ਆਪਣੀ ਸਰਵਿਸ ਉਹਨਾਂ ਨੂੰ ਕੰਪਲੀਟਲੀ ਦੇਣੀਆਂ ਪੈਣਗੀਆਂ. ਠੀਕ ਹੈ. ਨੈਕਸਟ ਇਜ਼ ਕੋਈ ਵੀ ਮਿਸਰਿਪ੍ਰੈਜ਼ੈਂਟੇਸ਼ਨ ਨਹੀਂ ਕਰਨੀ ਉਹਨਾਂ ਨੇ ਆਪਣੀ ਇਨਫੋਰਮੇਸ਼ਨ ਦੀ ਜਾਂ ਆਪਣੀ ਡਿਊਟੀਜ਼ ਦੀ. ਇਹ ਨਹੀਂ ਕਿ ਆਪਣੀ ਡਿਊਟੀਜ਼ ਨੂੰ ਅਨਫੇਅਰ ਮੈਨਰ 'ਚ ਚਲਾਉਣ. ਸੋ ਦਿਸ ਇਜ਼ ਦ ਫਸਟ ਪੁਆਇੰਟ. ਸੈਕਿੰਡ ਪੁਆਇੰਟ ਇਜ਼ ਅਗਰੀਮੈਂਟ ਸ਼ੁੱਡ ਬੀ ਸਾਈਨਡ. ਜਦੋਂ ਵੀ ਇੱਕ ਅੰਡਰਰਾਈਟਰ ਕਿਸੇ ਕੰਪਨੀ ਨਾਲ ਕੰਟਰੈਕਟ ਕਰ ਰਿਹਾ ਤਾਂ ਅੰਡਰਰਾਈਟ ਐਗਰੀਮੈਂਟ ਸਾਈਨ ਹੋਣਾ ਚਾਹੀਦਾ. ਉਸ ਅਗਰੀਮੈਂਟ ਦੇ ਵਿੱਚ ਮੈਂਸ਼ਨ ਕੀਤਾ ਹੋਣਾ ਚਾਹੀਦਾ ਪੀਰੀਅਡ ਕਿੰਨੇ ਟਾਈਮ ਲਈ ਹੋ ਰਿਹਾ, ਕਿੰਨੀ ਅਮਾਊਂਟ ਲਈ ਅੰਡਰਰਾਈਟਿੰਗ ਸਾਈਨ ਹੋ ਰਹੀ ਹੈ. ਓਕੇ. ਦੈਨ ਅਗਰ ਇਸ਼ੂ ਸਬਸਕ੍ਰਾਈਬ ਕਰਨਾ ਅੰਡਰਰਾਈਟਰ ਨੇ ਕਿੰਨੇ ਪੀਰੀਅਡ ਦੇ ਵਿੱਚ ਕਿੰਨੇ ਟਾਈਮ ਪੀਰੀਅਡ ਦੇ ਵਿੱਚ ਜੋ ਅਗਰ ਇਸ਼ੂ ਸਬਸਕ੍ਰਾਈਬ ਕਰਨਾ ਪੈ ਜਾਵੇ ਤਾਂ ਕਿੰਨੇ ਟਾਈਮ ਦੇ ਵਿੱਚ ਕਰਨਾ. ਹੁਣ ਅੰਡਰਰਾਈਟਰ, ਆਈ ਫੋਰਗੋਟ ਟੂ ਟੈਲ ਯੂ ਦਿਸ ਪੁਆਇੰਟ, ਕਿ ਅੰਡਰਰਾਈਟਰ ਆਪਣੀ ਸਰਵਿਸਿਜ਼ ਫ੍ਰੀ 'ਚ ਨਹੀਂ ਦੇ ਰਿਹਾ. ਉਹ ਰਿਸਕ ਲੈ ਰਿਹਾ ਕੰਪਨੀ ਦਾ, ਸ਼ੇਅਰਸ ਦਾ, ਹੈ ਨਾ, ਸਬਸਕ੍ਰਿਪਸ਼ਨ ਦਾ. ਸੋ ਉਹਦੇ ਬਦਲੇ ਹੀ ਗੈਟਸ ਅ ਫਿਕਸਡ ਕਮਿਸ਼ਨ. ਇਹ ਕਮਿਸ਼ਨ ਅਗਰੀਡ ਹੁੰਦਾ ਉਹਦਾ ਜਿੰਨੇ ਵੀ % ਹੋਣਾ ਹੋਏਗਾ. ਰਾਈਟ. ਨੈਕਸਟ ਪੁਆਇੰਟ ਇਜ਼ ਡੀਟੇਲਸ ਆਫ ਅਰੇਂਜਮੈਂਟਸ, ਕਿ ਅਰੇਂਜਮੈਂਟਸ ਕਿਵੇਂ ਹੋਣਗੀਆਂ ਫੰਡਸ ਦੀਆਂ. ਓਕੇ. ਸੋ ਇਹ ਸਾਰੀਆਂ ਚੀਜ਼ਾਂ ਅਗਰੀਮੈਂਟ ਦੇ ਵਿੱਚ ਮੈਂਸ਼ਨ ਹੋਣੀਆਂ ਚਾਹੀਦੀਆਂ ਨੇ. ਥਰਡ ਪੁਆਇੰਟ ਇਜ਼ ਅੰਡਰਰਾਈਟਰ ਜਿਹੜਾ ਹੈਗਾ ਉਹ ਆਪਣਾ ਸਿਰਫ ਕਮਿਸ਼ਨ ਲਏਗਾ. ਉਸ ਤੋਂ ਇਲਾਵਾ ਉਹ ਕੰਪਨੀ ਤੋਂ ਕੋਈ ਵੀ ਡਾਇਰੈਕਟ ਔਰ ਇਨਡਾਇਰੈਕਟ ਬੈਨੀਫਿਟ ਨਹੀਂ ਲੈ ਸਕਦਾ. ਓਕੇ. ਅੰਡਰਰਾਈਟਰਸ ਕੋਈ ਵੀ ਡਾਇਰੈਕਟ ਔਰ ਇਨਡਾਇਰੈਕਟ ਬੈਨੀਫਿਟ ਕੰਪਨੀ ਤੋਂ ਨਹੀਂ ਲੈ ਸਕਦਾ ਅਪਾਰਟ ਫਰੋਮ ਇਟਸ ਕਮਿਸ਼ਨ. ਐਂਡ ਇੱਕ ਵਾਰ ਜਦੋਂ ਉਹਨੂੰ ਇੰਟੀਮੇਸ਼ਨ ਮਿਲ ਗਈ ਸ਼ੇਅਰਸ ਨੂੰ ਸਬਸਕ੍ਰਾਈਬ ਕਰਨ ਦੀ ਤਾਂ ਉਹਨੂੰ ਵਿਦਿਨ 45 ਡੇਜ਼ ਉਹ ਸ਼ੇਅਰਸ ਜਿਹੜੇ ਹੈਗੇ ਨੇ ਲੈਣੇ ਪੈਣੇ ਆ. ਗੋਟ ਇਟ. ਦੈਨ ਫੋਰਥ ਇਜ਼ ਮੇਨਟੇਨ ਪ੍ਰੋਪਰ ਬੁੱਕਸ ਆਫ ਅਕਾਊਂਟਸ. ਅੰਡਰਰਾਈਟਰ ਦੇ ਜੋ ਵੀ ਬੁੱਕਸ ਹੈ ਉਹਨੂੰ ਬਣਾਉਣੀਆਂ ਪੈਣਗੀਆਂ. ਓਕੇ. ਪ੍ਰੋਪਰ ਬੁੱਕਸ ਆਫ ਅਕਾਊਂਟ ਮੇਨਟੇਨ ਕਰਨਾ. ਦੈਨ ਅਪੋਇੰਟ ਅ ਕੰਪਲਾਇੰਸ ਆਫਿਸਰ. कंप्लायंस ऑफिसर की करेगा, ये चेक करेगा कि जो भी रूल्स एंड रेगुलेशंस हैं, जो भी नोटिफिकेशंस हैं, जो भी गाइडलाइंस हैं वो सब फॉलो हो रही हैं कि नहीं हो रही. ठीक है. कंप्लायंस जोड़ा हैगा इंडिपेंडेंट अपने बोर्ड ऑफ डायरैक्टर्स ਨੂੰ ਰਿਪੋर्ट करेगा अगर कोई भी ਉਹਨੂੰ ਕਮੀ ਪੇਸ਼ੀ ਲੱਗ ਰਹੀ ਹੈ ਅੰਡਰਰਾਈਟਰ ਦੀ ਸਰਵਿਸਿਜ਼ ਦੇ ਵਿੱਚ. ਦੈਨ ਟੂ ਫਰਨਿਸ਼ ਆਲ ਇਨਫੋ ਟੂ ਬੋਰਡ. ਇਹ ਸਾਰੀ ਇਨਫੋਰਮੇਸ਼ਨ ਜਿਹੜੀ ਵੀ ਹੋਏਗੀ ਅੰਡਰਰਾਈਟਰ ਦੀ ਸਰਵਿਸਿਜ਼ ਦੇ ਰਿਗਾਰਡਿੰਗ ਉਹ ਸਾਰੀ ਕੰਪਨੀ ਦੇ ਬੋਰਡ ਨੂੰ ਸਬਮਿਟ ਹੋਣੀ ਚਾਹੀਦੀ ਹੈ. ਰਾਈਟ. ਦੈਨ 7th point is ensure that all policies and corporate governance procedures follow ਕੀਤੇ ਜਾ ਰਹੇ हैं while services are being offered by the underwriter. Okay. To ensure कि underwriters have the resources, ਜਿੰਨਾ ਅਗਰੀਮੈਂਟ ਉਹ ਸਾਈਨ ਕਰ ਰਹੇ ਉਨੇ ਕੁ ਰਿਸੋਰਸਿਸ ਉਹਦੇ ਕੋਲ ਹੋਣ ਵੀ. ਇਹ ਨਾ ਹੋਵੇ ਕਿ ਫਾਲਸ ਪ੍ਰੋਮਿਸਿਸ ਕਰ ਰਹੇ ਆ. ਓਕੇ. ਕੋਈ ਵੀ ਮੈਨੀਪੂਲੇਸ਼ਨ ਨਹੀਂ ਕਰ ਸਕਦਾ ਅੰਡਰਰਾਈਟਰਸ. ਕੋਈ ਵੀ ਅਨਪਬਲਿਸ਼ਡ ਜੋ ਡੇਟਾ ਹੈ ਉਹ ਵੀ ਨਹੀਂ ਪਬਲਿਕ ਨੂੰ ਅੱਗੇ ਦੇ ਸਕਦਾ. ਕੰਪਨੀ ਦੇ ਸੀਕ੍ਰੇਟਸ ਹੁੰਦੇ, ਹੀ ਕੈਨੋਟ ਰਿਵੀਲ ਦੋ ਸੀਕ੍ਰੇਟਸ ਟੂ ਪਬਲਿਕ ਔਰ ਐਨੀ ਅਦਰ ਇੰਸਟੀਟਿਊਸ਼ਨਸ. ਸੋ ਦੀਜ਼ ਵਰ ਦ ਓਬਲੀਗੇਸ਼ਨਸ ਐਂਡ ਰਿਸਪੋਂਸਿਬਿਲਿਟੀਜ਼.